सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर लैके हाजिर हाँ प्रोग्राम अज दी गल। पंजाब दे विच 3 खेती ऑर्डीनेंसां दा विरोध पंजाब च ही नहीं बल्कि देश के अंदर 3 खेती ऑर्डीनेंसां दा विरोध पूरे जोरा शोरां ते चल रहा है। 250 किसान जथेबंदियां दे वल्लों लगातार इस दे विरोध दे विच प्रदर्शन किए जा रहे हैं। राज सभा तक भी इसकी गूंज सुनन नूं मिली जदों बिल पेश होया ते पास होया। उस तो बाद संसद दे विच खूब हंगामा होया। इस मुद्दे ते असीं विचार चर्चा करांगे पड़चोल दे नाल ही गलबात करांगे। पंजाब बंद 25 सितंबर नूं पंजाब बंद दा सद्दा दिता गया किसान जथेबंदियां दे वल्लों, पर इस सद्दे दे विच हुण सियासी पार्टियां ने भी अपनी शमूलीयत जिहड़ी है वो कर दित्ती है। अकाली दल ने इस बंद का समर्थन किया है, आम आदमी पार्टी भी मैदान च आ गई है ते कांग्रेस दे वल्लों लगातार किसानां दे हक की गल की जा रही है। नाल ही गल करांगे सुमेध सैनी दे लई एक नवां पेच लाया गया। इन्हां सारे मुद्दों ते गलबात करने लई साडे नाल मौजूद ने सीनियर पत्रकार जय सिंह छिब्बर जी। सर बहुत बहुत स्वागत है तुहाडा। धन्यवाद जी कमल जी। सर पिछले लंबे समय तो 3 ऑर्डीनेंस जदों तो ऐलान किया गया सरकार दे वल्लों विरोध का केंद्र बने हुए ने। पंजाब ही नहीं बल्कि देश दे विच ਜਿਹੜੇ भी लोग किरसानी दे नाल संबंध रखते हैं उन्हां दे वल्लों लगातार इन्हां ऑर्डीनेंसां दा विरोध किया जा रहा है। पंजाबी कलाकार भी किसानां दे हक दे विच नितरदे दिखाई दे रहे हैं। ते उस तो बाद जदों सदन दे विच बिल पहुंचिया है तां जिहड़ी सियासी पार्टियां दे नुमाइंदे ने उन्हां ने भी पूरे जोशो खरोश दे नाल आवाज़ बुलंद की है बिलों के खिलाफ। पर फिर भी जिहड़े बिल ने दोवां सदनां च पास हो गए ने, लोक सभा दे विच भी राज सभा दे विच भी। राज सभा दे विच बहुत हंगामा होया। उहदे रोज़ दे विच जिहड़े 8 उत्थे दे ਉਹ ਸੀਗੇ ਮੈਂਬਰ ਸੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕਮਲ ਜੀ ਦੇਖੋ ਜਿਹੜੀ ਗੱਲ ਤੁਸੀਂ ਕਿਹਾ ਹੈ ਵੀ ਦੋਵੇਂ ਸਦਨਾਂ ਦੇ ਵਿੱਚ ਜਿਹੜੇ ਬਿੱਲ ਆ ਉਹ ਪਾਸ ਹੋ ਚੁੱਕੇ ਨੇ, ਬਿਲਕੁਲ ਤੁਸੀਂ ਠੀਕ ਤੇ ਦਰੁਸਤ ਕਹਿ ਰਹੇ ਨੇ। ਅਸਲ ਵਿੱਚ ਮੋਦੀ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਵੀ ਲੋਕ ਕਿਸਾਨ ਜੋ ਕੁਛ ਮਰਜ਼ੀ ਵਿਰੋਧ ਕਰੀ ਜਾਣ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ। ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਈ ਹੋਈ ਆ ਜਾਂ ਉਹ ਕਿਸਾਨਾਂ ਦੀ ਗੱਲ ਨਹੀਂ ਸੁਣਦੇ, ਰਾਜਸੀ ਆਗੂਆਂ ਦੀ ਗੱਲ ਨਹੀਂ ਸੁਣਦੇ। ਜਿਸ ਹੱਦ ਪਰ ਜਾ ਕੇ ਜੇ ਉਹ ਪੱਧਰ ਜਾ ਕੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕੀਤਾ ਉਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਸ ਪਵਿੱਤਰ ਸਦਨ ਜਿੱਥੇ ਕਿ ਮੈਂਬਰਾਂ ਦਾ ਇੱਕ ਧਰਮ ਆ, ਇੱਕ ਕਰਮ ਆ, ਇੱਕ ਅਧਿਕਾਰ ਆ ਉਹਦੇ ਪਰ ਗੱਲ ਕਰਨ ਵਾਸਤੇ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਉਹਦੇ ਬਾਅਦ ਜਦੋਂ ਰਾਜ ਸਭਾ ਦੇ ਵਿੱਚ ਗਿਆ ਉਹ ਬਿੱਲ ਗਏ ਉਹਦੇ ਪਰ ਚਰਚਾ ਹੋਣੀ ਬਣਦੀ ਸੀਗੀ। ਦੇਖੋ ਪਹਿਲਾਂ ਤਾਂ ਜਿਹੜੇ ਉਹਦੇ ਸਦਨ ਦੇ ਚੇਅਰਮੈਨ ਆ ਉਹਨਾਂ ਨੇ ਉਹਦਾ ਸਮਾਂ ਵਧਾਤਾ ਵਿਰੋਧ ਦੇ ਬਾਵਜੂਦ। ਚਲੋ ਜਦੋਂ ਸਮਾਂ ਵਧਾਤਾ ਉਹਦੇ ਬਾਅਦ ਜਦੋਂ ਮੈਂਬਰ ਮੰਗ ਕਰ ਰਹੇ ਨੇ ਉਹਨਾਂ ਦੀ ਡਿਮਾਂਡ ਆ ਜੋ ਉਹਨਾਂ ਦਾ ਮਤਲਬ ਰਾਈਟ ਆ ਵੀ ਉਹਦੇ ਪਰ ਵੋਟ ਕਰਵਾਈ ਜਾਵੇ, ਪਰ ਉਹਨਾਂ ਨੇ ਉੱਥੇ ਵੋਟ ਵੀ ਨਹੀਂ ਕਰਵਾਈ। ਤੁਸੀਂ ਦੇਖੋ ਉਹਦੇ ਵਿੱਚ ਜਿਹੜਾ ਤ੍ਰਿਣਮੂਲ ਕਾਂਗਰਸ ਦਾ ਜਿਹੜੇ ਇੱਕ ਮੈਂਬਰ ਸੀਗੇ ਉਹ ਕਿਵੇਂ ਜਾ ਕੇ ਜਿਹੜੇ ਉਹਦੇ ਚੇਅਰਮੈਨ ਆ ਉਹਦੇ ਕੁਰਸੀ ਤੱਕ ਜਾਂਦੇ ਨੇ, ਵੈਲ ਵਿੱਚ ਜਾਂਦੇ ਨੇ, ਵੈਲ ਵਿੱਚ ਜਾ ਕੇ ਆਪਣਾ ਜਿਹੜਾ ਰੋਸ ਆ ਉਹ ਵੀ ਪ੍ਰਗਟ ਕਰਦੇ ਨੇ ਤੇ ਨਾਲ ਦੀ ਨਾਲ ਜਿਹੜੀ ਸਦਨ ਦੀ ਰੂਲ ਬੁੱਕ ਆ ਉਹ ਦਿਖਾ ਰਹੇ ਨੇ ਵੀ ਕਿਵੇਂ ਕਿਵੇਂ ਤਹਿਤ ਕਾਰਵਾਈ ਚੱਲਣੀ ਹੈ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜੇ ਰਾਜ ਸਭਾ ਦੇ ਚੇਅਰਮੈਨ ਆ ਉਹਨੇ ਇਗਨੋਰ ਕਰ ਦਿੱਤਾ। ਧੱਕੇ ਦੇ ਨਾਲ ਉਹ ਜਿਹੜਾ ਬਿੱਲ ਆ ਪਾਸ ਕਰ ਦਿੱਤਾ ਗਿਆ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਕਿਸਾਨ ਵਿਰੋਧੀ ਫੈਸਲਾ ਲੈਣ ਵਾਸਤੇ ਇੱਕ ਆਪਣਾ ਦ੍ਰਿੜ ਜਿਹੜਾ ਇਰਾਦਾ ਤਾ ਜਾਂ ਫੈਸਲਾ ਲੈ ਰੱਖਿਆ ਸੀਗਾ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਤਾਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਮੈਂ ਬਾਰ-ਬਾਰ ਇਹ ਚੀਜ਼ ਕਹਿਣਾ ਕਿ ਬਿੱਲ ਤੁਹਾਡੇ ਹੱਕ ਦੇ ਵਿੱਚ ਹੈ। ਜਦੋਂ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤਾਂ ਪ੍ਰਧਾਨ ਮੰਤਰੀ ਕਿਉਂ ਹੱਕ ਦੀ ਗੱਲ ਕਰ ਰਹੇ ਨੇ? ਦੇਖੋ ਪ੍ਰਧਾਨ ਮੰਤਰੀ ਨੂੰ ਲੱਗ ਰਿਹਾ ਵੀ ਹੋ ਸਕਦਾ ਵੀ ਇਹ ਕਿਸਾਨਾਂ ਦੇ ਹੱਕ ਵਿੱਚੋਂ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਦਾ ਅੰਦੋਲਨ ਬਹੁਤ ਭਖ ਚੁੱਕਿਆ। ਇਹ ਕਿਸਾਨਾਂ ਦੇ ਅੰਦੋਲਨ ਦਾ ਜਿਹੜਾ ਸੂਰਜ ਆ ਉਹ ਪੂਰਾ ਹੁਣ ਆਪਣੀਆਂ ਕਿਰਨਾਂ ਬਖੇਰਨ ਲੱਗਿਆ ਹੋਇਆ। ਕੱਲਾ ਕਿਸਾਨ ਨਹੀਂ, ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਸਮਰਥਨ ਵਿੱਚ ਆ ਗਈਆਂ ਕਿਸਾਨਾਂ ਦੇ। ਉਹ ਤੋਂ ਇਲਾਵਾ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਉਹ ਵੀ ਕਿਸਾਨਾਂ ਦੇ, ਪੰਜਾਬੀ ਕਲਾਕਾਰ ਵੀ, ਹਾਂ ਇੱਥੋਂ ਤੱਕ ਕਿ ਪੰਜਾਬੀ ਕਲਾਕਾਰ ਆ ਜਿਹੜੇ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਗਏ ਨੇ। ਦੇਖੋ ਜੇ ਕਿਸਾਨ ਰਹੂਗਾ, ਕਿਸਾਨ ਜਿੰਦਾ ਰਹੇਗਾ ਤਾਂ ਅਸੀਂ ਜਿੰਦਾ ਰਹਾਂਗੇ। ਜੇ ਖੇਤਾਂ ਦੇ ਵਿੱਚ ਜਿਹੜੀ ਜਿਣਸ ਆ
ਉਹ ਬੀਜੀ ਜਾਂਦੀ ਆ, ਫਸਲ ਪੈਦਾ ਹੋਵੇਗੀ ਤੇ ਕਿਸਾਨ ਨੂੰ ਫਸਲ ਦਾ ਪੂਰਾ ਭਾਅ ਮਿਲੇਗਾ, ਤਾਂ ਉਹਦੇ ਨਾਲ ਸਾਰੀ ਜਿਹੜੀ ਇੰਡਸਟਰੀ ਆ ਉਹ ਚੱਲ ਰਹੀ ਆ। ਜਿਵੇਂ ਤੁਸੀਂ ਬਾਕੀ ਦੀਆਂ ਜਿਹੜੀਆਂ ਇੰਡਸਟਰੀ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਰਿਆਇਤਾਂ ਦਿੰਦੀਆਂ ਰਹੀਆਂ, ਉਵੇਂ ਸਾਨੂੰ ਜਿਹੜੀ ਫਸਲ ਆ, ਕਿਸਾਨੀ ਫਸਲ ਆ, ਉਹਨੂੰ ਵੀ ਇੰਡਸਟਰੀ ਮੰਨਣਾ ਪਵੇਗਾ। ਹਾਲਾਂਕਿ ਜਿਹੜੀ ਇਹ ਇੰਡਸਟਰੀ ਆ ਇਹ ਕੁਦਰਤ ਪਰ ਨਿਰਭਰ ਕਰਦੀ ਆ। ਪਤਾ ਨਹੀਂ ਕਦੇ ਫਸਲ ਜਿਹੜੀ ਪੱਕੀ ਹੋਈ ਆ ਕਦ ਉਹਦੇ ਪਰ ਗੋਲੇ ਪੈ ਜਾਣੇ, ਕਦ ਉਹਦੇ ਪਰ ਮੀਂਹ ਪੈ ਜਾਣਾ, ਕਦ ਉਹ ਤਬਾਹੀ ਹੋ ਜਾਣੀ। ਇਹ ਟੋਟਲੀ ਆ ਜਿਹੜੀ ਕੁਦਰਤ ਪਰ ਡਿਪੈਂਡਡ ਹੈਗੀ ਆ ਖੇਤੀ। ਪਰ ਇਹਦੇ ਬਾਵਜੂਦ ਵੀ ਜਿਹੜਾ ਕਿਸਾਨ ਆ ਉਹਨੇ ਕਦੇ ਹਿੰਮਤ ਨਹੀਂ ਹਾਰੀ, ਕਦੇ ਹੌਸਲਾ ਨਹੀਂ ਹਾਰਿਆ। ਹਰ ਤਰ੍ਹਾਂ ਦਾ ਠੰਡੀਆਂ ਪੋਹ ਦੀਆਂ ਰਾਤਾਂ ਜਾਂ ਜੇਠ ਹਾੜ ਦੀਆਂ ਧੁੱਪਾਂ, ਜਦੋਂ ਕਿਹਾ ਜਾਂਦਾ ਵੀ ਭਾਦੋਂ ਦੇ ਵਿੱਚ ਜਿਹੜਾ ਜੱਟ ਆ ਸਾਧ ਬਣ ਗਿਆ ਸੀਗਾ, ਉਹ ਜਿਹੇ ਦਿਨਾਂ ਦੇ ਵਿੱਚ ਵੀ ਮਤਲਬ ਜਿਹੜਾ ਕਿਸਾਨ ਆ ਉਹਨੇ ਖੇਤੀ ਕਰਨੀ ਨਹੀਂ ਛੱਡੀ। ਹਮੇਸ਼ਾ ਆਪਣੀ ਮਿਹਨਤ ਦਾ ਮੁੱਲ ਵੱਟਣ ਵਾਸਤੇ ਉਹ ਆਪਣਾ ਕੰਮ ਕਰਦਾ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਰੀਆਂ ਪਾਰਟੀਆਂ ਨੇ ਵਿਰੋਧ ਜਤਾ ਰਹੀਆਂ, ਹੁਣ 8 ਜਿਹੜੇ ਉਹ ਮੈਂਬਰ ਸੀਗੇ, ਜਿਹੜੀ ਤੁਸੀਂ ਗੱਲ ਕੀਤੀ ਆ, ਉਹ 8 ਮੈਂਬਰਾਂ ਨੂੰ ਜਿਹੜੀ ਉੱਥੇ ਦੀ ਸਪੀਕਰ ਉੱਥੇ ਦੇ ਚੇਅਰਮੈਨ ਆ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਤੁਸੀਂ ਧੱਕੇ ਦੇ ਨਾਲ ਵਿਰੋਧ ਦੇ ਬਾਵਜੂਦ ਬਿੱਲ ਪਾਸ ਕਰ ਰਹੇ ਤੇ ਉਹ ਤੋਂ ਬਾਅਦ ਤੁਸੀਂ ਉਹਨਾਂ ਜਿਹੜੇ 8 ਮੈਂਬਰ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਹੈਗੇ ਨੇ, ਕਾਂਗਰਸ ਦੇ ਨੇ ਤੇ ਸੀਪੀਐਮ ਦੇ ਨੇ, ਖੱਬੇ ਪੱਖੀ ਨੇ, ਤੇ ਨਾਲ ਤ੍ਰਿਣਮੂਲ ਕਾਂਗਰਸ ਦੇ ਨੇ, ਉਹਨਾਂ ਨੂੰ 8 ਜਿਹੜਿਆਂ ਨੂੰ ਤੁਸੀਂ ਸਸਪੈਂਡ ਕਰਦਾ। ਤੁਸੀਂ ਗਲਾ ਘੋਟਣ ਤੱਕ ਕਿਸਾਨਾਂ ਦੇ ਤੇ ਮੈਂਬਰਾਂ ਦੇ ਆਏ ਹੋ ਨੇ, ਜਿਹੜੇ ਤੁਹਾਡੀਆਂ ਆਲੋਚਨਾ ਕਰਦੇ ਨੇ, ਜਿਹੜੇ ਤੁਹਾਨੂੰ ਕ੍ਰਿਟਿਸਾਈਜ਼ ਕਰਦੇ ਨੇ, ਤੁਸੀਂ ਉਹਨਾਂ ਦੇ ਖਿਲਾਫ ਮਤਲਬ ਵਿਰੋਧੀ ਧਿਰ ਵੀ ਕੋਈ ਅਹਿਮੀਅਤ ਨਹੀਂ ਰੱਖਦੀ। ਵਿਰੋਧੀ ਧਿਰ ਦੀ ਸੁਣ ਕਿੱਥੇ ਰਹਿ ਰਿਹਾ? ਕਿਸੇ ਪਾਸੇ ਦੀ ਸੁਣਵਾਈ ਹੋ ਰਹੀ, ਨਾ ਪੰਜਾਬ ਵਿੱਚ ਹੋ ਰਹੀ ਹੈ, ਨਾ ਦਿੱਲੀ ਵਿੱਚ ਹੋ ਰਹੀ ਹੈ, ਨਾ ਹਰਿਆਣੇ ਵਿੱਚ ਹੋ ਰਹੀ ਹੈ, ਨਾ ਕਿਤੇ ਹੋਰ ਜਗ੍ਹਾ ਹੋ ਰਹੀ ਹੈ। ਮਤਲਬ ਵਿਰੋਧੀ ਧਿਰ ਨੂੰ ਜਾਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨਾਂ ਪਰ ਜਿਹੜੇ ਰੂਲ ਆ, ਨਿਯਮ ਆ, ਕਾਨੂੰਨ ਆ, ਉਹ ਥੋਪਿਆ ਜਾ ਰਿਹਾ। ਇਸ ਕਰਕੇ ਜਿਹੜੀਆਂ ਸਾਰੀਆਂ ਧਿਰਾਂ ਉਹ ਇਹਦੇ ਕਿਸਾਨਾਂ ਦੇ ਹੱਕ ਵਿੱਚ ਆ ਰਹੀਆਂ, ਇਹਨਾਂ ਦਾ ਵਿਰੋਧ ਕਰ ਰਹੀਆਂ। ਹੁਣ ਵੱਡੀ ਗੱਲ ਇਹ ਆ ਰਹੀ ਹੈ ਸਾਹਮਣੇ ਕਿ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਖੱਬੀਆਂ ਪੱਕੀਆਂ ਧਿਰਾਂ, 31 ਕਿਸਾਨ ਸੰਗਠਨ ਜਿਹੜੇ ਪੰਜਾਬ ਦੇ ਜਾਂ ਜਿਹੜੇ ਮੁਲਾਜ਼ਮ ਸੰਗਠਨ ਨੇ, ਜਿੰਨੇ ਵੀ ਹੈਗੇ ਨੇ, ਸਾਰੇ ਕਿਸਾਨਾਂ ਦੇ ਹੱਕ ਵਿੱਚ ਆ ਰਹੇ ਨੇ। ਇਹ ਤੇ ਹੁਣ ਅਕਾਲੀ ਦਲ ਆ ਜਿਹੜਾ, ਉਹ ਵੀ ਇਹਦੇ ਹੱਕ ਦੇ ਵਿੱਚ ਆ ਗਿਆ। ਜਦੋਂ ਕਿ ਆਰਡੀਨੈਂਸ ਲਿਆਉਣ ਤੱਕ, ਲੋਕ ਸਭਾ ਵਿੱਚ ਪੇਸ਼ ਕਰਨ ਤੱਕ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਦਾ ਜਾਣੀ ਕਿ ਸਮਰਥਨ ਕਰਦੀਆਂ ਰਹੀਆਂ, ਠੀਕ ਆ। ਪਰ ਅੱਜ ਉਹ ਵੀ ਉਹਨਾਂ ਦੇ ਵਿਰੋਧ ਵਿੱਚ ਆ ਗਈਆਂ ਨੇ। 25 ਤਰੀਕ ਨੂੰ ਜਿਹੜਾ ਪੰਜਾਬ ਬੰਦ ਹੋ ਰਿਹਾ, ਉਹਦੇ ਵਿੱਚ ਅਕਾਲੀ ਦਲ ਨੇ ਸਮਰਥਨ ਕੀਤਾ। ਇਹ ਗੱਲ ਕਹੀ ਆ ਕਿ ਅਸੀਂ ਜਿਹੜਾ 3 ਘੰਟੇ ਆ ਪੰਜਾਬ ਦੇ ਵਿੱਚ ਚੱਕਾ ਜਾਮ ਕਰਾਂਗੇ। ਹਾਲਾਂਕਿ ਜਦੋਂ ਸਾਰੀਆਂ ਧਿਰਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ, ਜਿਹਦੇ ਵਿੱਚ ਪੰਜਾਬ ਸਰਕਾਰ ਦੀ ਵੀ ਸਪੋਰਟ ਆ, ਉਹ ਬੰਦ ਮੁਕੰਮਲ ਹੋਵੇਗਾ। ਹੁਣ ਉਹਨਾਂ ਨੇ ਵੀ ਸਪੋਰਟ ਦਿੱਤੀ ਅਕਾਲੀ ਦਲ ਨੇ, ਤੇ ਅਕਾਲੀ ਦਲ ਦੇ ਪ੍ਰਧਾਨ ਨੇ ਵੱਲੋਂ ਫਿਰ ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦਾ ਦੌਰਾ ਕਰਨਾ। ਉੱਥੇ ਜਾ ਕੇ ਦੱਸਣਗੇ ਮਤਲਬ ਵੀ ਇਹ ਜਿਹੜੇ ਆਰਡੀਨੈਂਸ ਆ, ਬਿੱਲ ਆ, ਕਿਵੇਂ ਕਿਸਾਨ ਵਿਰੋਧੀ ਨੇ। ਦੇਖੋ ਕਿੱਡਾ ਵੱਡਾ ਜੂ ਟਰਨ ਲਿਆ। ਪਹਿਲਾਂ ਤੁਸੀਂ ਕਹਿ ਰਹੇ ਤੇ ਲਗਾਤਾਰ ਸਮਰਥਨ ਕਰ ਰਹੀ ਸੀ, ਜਿਹਦਾ ਲਗਾਤਾਰ ਸਮਰਥਨ ਕਰ ਰਿਹਾ ਸੀਗਾ, ਇਲਜ਼ਾਮ ਲਗਾਉਂਦੀ ਸੀ ਕਿ ਕੈਪਟਨ ਸਾਹਿਬ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ। ਅੱਜ ਉਹੀ ਅਕਾਲੀ ਦਲ ਦੱਸੇਗਾ ਵੀ ਬਿੱਲ ਦੇ ਕੀ ਨੁਕਸਾਨ ਆ। ਦੇਖੋ ਜ਼ਿਲ੍ਹਿਆਂ 'ਚ ਜਾਵੇਗਾ ਤੇ ਉਹਨਾਂ ਨੂੰ, ਸਾਰੇ ਵਰਕਰਾਂ ਨੂੰ, ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਉਤਸ਼ਾਹਿਤ ਕਰੇਗਾ ਵੀ ਤੁਸੀਂ ਧਰਨੇ ਲੈ ਠੀਕ ਰਿਹਾ। ਜਿਹੜੇ ਇਹ ਆਰਡੀਨੈਂਸ ਲੈ ਕੇ ਆਂਦਾ, ਬਿੱਲ ਕਹਿੰਦਾ ਕਿੱਥੇ ਕਿੱਥੇ ਕਿਸਾਨ ਵਾਸਤੇ ਮਾਰੂ ਨੇ। ਹੁਣ ਉਹ ਤੋਂ ਬਾਅਦ 1 ਤਰੀਕ ਨੂੰ ਇਹਨਾਂ ਨੇ ਪੰਜਾਬ ਦੇ ਜਿਹੜੇ ਰਾਜਪਾਲ ਆ ਉਹਨਾਂ ਨੂੰ ਮਿਲਣ ਦਾ ਵੀ ਫੈਸਲਾ ਕੀਤਾ। ਪਹਿਲਾਂ ਇਹ ਵੱਡਾ ਇਕੱਠ ਆ ਜਿਹੜਾ ਮੋਹਾਲੀ ਦੁਸਹਿਰਾ ਗਰਾਊਂਡ ਵਿੱਚ, ਉੱਥੇ ਸਟੇਟ ਲੈਵਲ ਦਾ ਵੱਡਾ ਫੰਕਸ਼ਨ ਕਰੂਗੇ। ਉਹ ਤੋਂ ਬਾਅਦ ਰਾਜਪਾਲ ਕਰੀ ਨੂੰ ਮੂਵ ਕਰਨਗੇ। ਅਸਲ ਵਿੱਚ ਕਿਤੇ ਨਾ ਕਿਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਮਜਬੂਰੀ ਬਣੀ ਹੋਈ ਆ, ਜਾਂ ਉਹਨਾਂ ਨੂੰ ਜਿਹੜਾ 2022 ਦਾ ਇਲੈਕਸ਼ਨ ਹੁੰਦਾ ਨਾ, ਉਹ ਵੀ ਕਮਲ ਜੀ ਇਹਨਾਂ ਨੂੰ ਦਿਖ ਰਿਹਾ। ਅਸਲ ਚਿੰਤਾ ਜਿਹੜੀ ਪੋਲੀਟੀਕਲ ਪਾਰਟੀਆਂ ਨੂੰ 2022 ਦਿਖ ਰਹੀ ਹੈ, ਕਿਸਾਨ ਦੇ ਦਰਦ ਪਰ, ਜਿਹੜੀ ਕਿਸਾਨ ਦੀਆਂ ਪੀੜਾਂ, ਕਿਸਾਨ ਨੇ ਆਪਣੀਆਂ ਹੱਡ ਭੰਨਵੀਂ ਮਿਹਨਤ ਨੂੰ ਲੈ ਕੇ ਜਿਹੜੀਆਂ ਆਪਣੀਆਂ ਪੀੜਾਂ, ਉਹਨਾਂ ਦਾ ਦਰਦ ਆ, ਉਹ ਜਿਹੜੀ ਉਹਨਾਂ ਨੇ ਭੱਠੀ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਪਖਾਈ ਹੋਈ ਆ, ਉਸ ਭੱਠੀ ਪਰ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਕਾਲੀ ਪਈਆਂ ਹੋਈਆਂ। ਹਾਲਾਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਹੁੰਦੀ ਸੀ, ਉਦੋਂ ਵੀ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਸੀ। ਜਾਂ ਉਸ ਤੋਂ ਪਹਿਲਾਂ ਦੀ ਜੇ ਗੱਲ ਕਰ ਲਈਏ ਤਾਂ ਉਸ ਟਾਈਮ ਤੋਂ ਇਹ ਰੋਸ ਪ੍ਰਦਰਸ਼ਨ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਬਿਲਕੁਲ, ਕਿਸਾਨ ਆ ਜਿਹੜੇ ਸਮੇਂ-ਸਮੇਂ ਪ੍ਰੋਟੈਸਟ ਕਰਦੇ ਆ ਰਹੇ ਨੇ। ਹੁਣ ਜਿਹੜਾ ਇਹ ਪ੍ਰੋਟੈਸਟ ਜਿਹੜੀਆਂ ਇਸ ਕਰਕੇ ਹੀ ਵਧਿਆ। ਦੇਖੋ ਸਾਰੀਆਂ ਜਿਹੜੀਆਂ ਕਿਸਾਨ ਸੰਗਠਨਾਂ ਉਹ ਇਕਜੁੱਟ ਹੋ ਗਏ ਨੇ, ਮੁਲਾਜ਼ਮ ਸੰਗਠਨਾਂ ਦਾ ਸਮਰਥਨ ਹੋ ਗਿਆ। ਦੂਜੀ ਗੱਲ, ਕਈ ਕਾਰਨ ਇਹਦੇ ਪਿੱਛੇ ਇਹ ਵੀ ਨੇ ਕਮਲ ਜੀ, ਜਿਹੜੀਆਂ ਅਤੀਤ ਵਿੱਚ ਜੇ ਤੁਸੀਂ ਆਪਾਂ ਝਾਤੀ ਮਾਰੂਗੇ
ਇਹ ਸਾਲ ਸਵਾ ਸਾਲ ਦੇ ਵਕਫੇ ਦੇ ਦੌਰਾਨ ਜੋ ਮੋਦੀ ਸਰਕਾਰ ਨੇ ਕੀਤਾ ਤੇ ਜਿਹੜਾ ਪਿਛਲੇ 5 ਸਾਲ ਕੀਤਾ, ਉਹ ਜਿਹੜੀਆਂ ਘਟਨਾਵਾਂ ਜਾਂ ਫੈਸਲੇ ਲਏ ਆ ਉਹਨਾਂ ਦਾ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾਂ ਬੀਜੇਪੀ ਵਿਰੋਧੀ ਜਾਂ ਐਨਡੀਏ ਵਿਰੋਧੀ ਜਿਹੜੀਆਂ ਸਰਕਾਰਾਂ ਤੀਆਂ ਜਾਂ ਜਿਹੜੀਆਂ ਹੋਰ ਗਰੁੱਪ ਤੇ ਉਹਨਾਂ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਤੇ ਜਾਂ ਰੋਸ ਸੀਗੇ। ਹੁਣ ਉਦਾਹਰਨ ਦੇ ਤੌਰ ਤੇ ਜੰਮੂ ਕਸ਼ਮੀਰ ਦੀ ਧਾਰਾ 370 ਤੋੜ ਕੇ ਉੱਥੇ ਉਹਦੀ ਜਿਹੜੀ ਸਟੇਟ ਦੀ ਜਿਹੜੀ ਪਾਵਰ ਤੀ ਉਹ ਖਤਮ ਕਰਕੇ ਦੋ ਇਹਨਾਂ ਨੇ ਉੱਥੇ ਜਿਹੜੇ ਯੂਟੀ ਬਣਾਤੀਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਤੀ, ਪੰਜਾਬੀ ਖਤਮ ਕਰਤੀ। ਦਿੱਲੀ ਦੇ ਵਿੱਚ ਜਿਹੜਾ ਉੱਥੇ ਨਾਗਰਿਕ ਸੋਧ ਐਕਟ ਨੂੰ ਲੈ ਕੇ ਵਿਵਾਦ ਖੜਾ ਹੋਇਆ, ਉੱਥੇ ਲੜਾਈ ਝਗੜੇ ਹੋਏ ਜਾਂ ਕੁਝ ਵੀ ਹੋਇਆ ਵੋਟਾਂ ਤੇ ਪਹਿਲਾਂ, ਉਹ ਵਾਲਾ ਮੁੱਦਾ ਸੀਗਾ, ਠੀਕ ਹੈ, ਸ਼ਾਲੀਨ ਬਾਗ ਵਾਲਾ। ਉਹਦੇ ਵਿੱਚ ਵੀ ਸਰਕਾਰ ਦੇ ਪ੍ਰਤੀ ਜਾਂ ਬੀਜੇਪੀ ਪ੍ਰਤੀ ਲੋਕਾਂ ਦੇ ਵਿੱਚ ਇੱਕ ਰੋਸਾ ਸੀਗਾ। JNU ਦੇ ਵਿੱਚ ਕੀ ਹੋਇਆ ਜਾਂ ਜਾਮੀਆ ਜਿਹੜੀ ਯੂਨੀਵਰਸਿਟੀ ਸੀ ਉੱਥੇ ਕੀ ਹੋ ਰਿਹਾ, ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਕੀ ਹੋ ਰਿਹਾ, ਇਹ ਜਿਹੜੀਆਂ ਸਾਰੀਆਂ ਘਟਨਾਵਾਂ ਸੀਗੀਆਂ ਬਾਰ-ਬਾਰ ਜੋ ਅਜਿਹੇ ਫੈਸਲੇ ਲਿੱਤੇ, ਉਹਨਾਂ ਨੂੰ ਲੈ ਕੇ ਵੀ ਜਿਹੜਾ ਗੁੱਸਾ ਸੀਗਾ ਉਹ ਇੱਕ ਬਣਿਆ ਹੋਇਆ ਸੀਗਾ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਧਿਰਾਂ ਰਾਜਨੀਤਿਕ ਪਾਰਟੀਆਂ ਜਾਂ ਕੋਈ ਹੋਰ ਆ ਉਹ ਖਿੰਡੀਆਂ ਪੁੰਡੀਆਂ ਹੋਈਆਂ ਸੀਗੀਆਂ। ਪਰ ਹੁਣ ਜਦੋਂ ਕਿਸਾਨਾਂ ਦਾ ਅੰਦੋਲਨ ਹੋ ਗਿਆ, ਇਹ ਅੰਦੋਲਨ ਭੱਕ ਗਿਆ, ਉਹਨਾਂ ਨੂੰ ਆੜ ਦੇ ਵਿੱਚ ਕਹਿ ਲਓ ਤੁਸੀਂ, ਜਾਂ ਉਹ ਧਿਰਾਂ ਦਾ ਜਿਹੜਾ ਆਪਣਾ ਗੁੱਸਾ ਸੀਗਾ ਉਹ ਵੀ ਹੁਣ ਕਿਤੇ ਨਾ ਕਿਤੇ ਉਹ ਕੱਢਣ ਵਾਸਤੇ ਜਾਂ ਉਹਨਾਂ ਚੀਜ਼ਾਂ ਨੂੰ ਜਿਹੜੇ ਸਤਾਏ ਲੋਕ ਤੇ ਜਿਨ੍ਹਾਂ ਦੇ ਖਿਲਾਫ ਹੋਇਆ, ਉਹਨਾਂ ਨੇ ਵੀ ਇੱਕ ਮੌਕਾ ਉਹਨਾਂ ਨੂੰ ਮਿਲਿਆ ਕਿ ਅੱਜ ਜਦੋਂ ਕਿਸਾਨ ਇਕਜੁੱਟ ਹੋ ਗਿਆ, ਕਿਸਾਨ ਇਕੱਠੇ ਹੋ ਗਏ, ਕਿਉਂ ਨਾ ਆਪਾਂ ਵੀ ਮੋਦੀ ਸਰਕਾਰ ਨੂੰ ਦਬਾਉਣ ਵਾਸਤੇ ਜਾਂ ਉਹ ਫੈਸਲੇ ਦੇ ਖਿਲਾਫ ਇਕੱਠੇ ਹੋਈਏ। ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਮੂਵਮੈਂਟ ਆ ਉਹ ਬਣਨ ਲੱਗੀ ਆ। ਕਿਸਾਨ ਅੰਦੋਲਨ ਦੇ ਨਾਮ ਹੇਠ ਪੂਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਇੱਕ ਮੁਹਿੰਮ ਆ ਜਿਹੜੀ ਉਹ ਭਖੀ ਹੋਈ ਆ, ਅੰਦੋਲਨ ਆ ਜਿਹੜਾ ਭਖ ਰਿਹਾ। ਚਲੋ ਇਹ ਉਹਨਾਂ ਨੇ ਬਿੱਲ ਆ ਜਿਹੜੇ ਪਾਸ ਕਰ ਦਿੱਤੇ, ਬਿੱਲ ਪਾਸ ਹੋਣ ਤੋਂ ਬਾਅਦ ਸਟੇਟਾਂ ਨੇ ਫੈਸਲੇ ਲੈਣੇ ਹੁੰਦੇ ਨੇ। ਪਰ ਸਰ ਅਕਸਰ ਇਹੀ ਇਤਿਹਾਸ ਵੀ ਇਹੀ ਰਿਹਾ ਹੈ ਰਾਜਨੀਤੀ ਦਾ ਕਿ ਜਦੋਂ ਵੀ ਕੋਈ ਬਿੱਲ ਮਤਲਬ ਪੇਸ਼ ਹੁੰਦਾ ਹੈ ਫਿਰ ਉਹਦੇ ਤੇ VOTING ਹੁੰਦੀ ਹੈ, ਫਿਰ ਉਹ ਪਾਸ ਹੁੰਦਾ ਹੈ। ਤੇ ਇੱਥੇ ਤੇ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਸਾਰੇ ਪਾਸੇ, ਭਾਵੇਂ ਸਦਨ ਤੋਂ ਬਾਹਰ ਹੋਵੇ ਜਾਂ ਸਦਨ ਦੇ ਅੰਦਰ ਹੋਵੇ, ਫਿਰ ਵੀ ਜਿਹੜਾ ਇਹ ਬਿੱਲ ਇੱਕ ਤਾਨਾਸ਼ਾਹੀ ਨੀਤੀ ਅਪਣਾ ਕੇ ਪਾਸ ਕੀਤਾ ਗਿਆ। ਬਿਲਕੁਲ ਇਹ ਗੱਲ ਆਪਾਂ ਪਹਿਲਾਂ ਵੀ ਕਰਕੇ ਹਟੇ ਆ। ਤੁਸੀਂ ਜਦੋਂ ਉਹਨਾਂ ਨੇ ਧਾਰੀ ਹੋਇਆ ਵੀ ਅਸੀਂ ਤਾਨਾਸ਼ਾਹੀ ਜਿਹੜੀ ਨੀਤੀ ਅਪਣਾਉਣੀ ਆ, ਡਿਕਟੇਟਰਸ਼ਿਪ ਦੇ ਹਿਸਾਬ ਨਾਲ ਫੈਸਲੇ ਲੈਣੇ ਆ, ਕਿਵੇਂ ਤੁਸੀਂ ਰਾਜ ਸਭਾ ਦੇ ਵਿੱਚ ਪਹਿਲਾਂ ਸਮਾਂ ਵਧਾਇਆ, ਫਿਰ ਤੁਸੀਂ ਮੈਂਬਰਾਂ ਦੀ ਗੱਲ ਨਹੀਂ ਸੁਣੀ, ਤੁਸੀਂ ਧੱਕੇ ਦੇ ਨਾਲ ਉੱਥੇ ਬਿੱਲ ਆ ਜਿਹੜਾ ਪਾਸ ਕੀਤਾ, ਜੇ ਉਹ ਵਿਰੋਧ ਕਰਦੇ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਤੇ ਇਹ ਗੱਲਾਂ ਸਾਰੀਆਂ ਇਸ ਗੱਲ ਤੋਂ ਤੁਹਾਨੂੰ ਮਤਲਬ ਪ੍ਰਗਟਾਵਾ ਹੋ ਜਾਣਾ ਚਾਹੀਦਾ ਜਾਂ ਸ਼ੀਸ਼ੇ 'ਚ ਨੂੰ ਸਾਨੂੰ ਸਭ ਕੁਝ ਸਪਸ਼ਟ ਦਿਖ ਜਾਣਾ ਚਾਹੀਦਾ ਹੈ, ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਕਾਰਪੋਰੇਟ ਘਰਾਣੇ ਤੇ ਕਾਰਪੋਰੇਟ ਜਗਤਤਾ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਦੇ ਹਿੱਤ ਵਿੱਚ ਫੈਸਲੇ ਲੈਣ ਵਾਸਤੇ ਇਹ ਸਭ ਕੁਝ ਕੀਤਾ। ਉਹਦੇ ਸਾਹਮਣੇ ਕਿਸਾਨ ਆ ਜਿਹੜੇ ਕੋਈ ਮਾਇਨੇ ਨਹੀਂ ਰੱਖਦੇ ਜਾਂ ਪੋਲੀਟੀਕਲ ਪਾਰਟੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਉਹਨਾਂ ਦਾ ਜਿਹੜਾ ਇੱਕ ਸੂਤਰੀ ਪ੍ਰੋਗਰਾਮ ਆ, ਜੋ ਉਹਨਾਂ ਨੇ ਫੈਸਲਾ ਕਰਨਾ ਉਹਦੇ ਪਰ ਉਹ ਦ੍ਰਿੜ ਨੇ ਤੇ ਉਹਨਾਂ ਨੇ ਇਸੇ ਆਧਾਰ ਤੇ ਆਪਣਾ ਫੈਸਲਾ ਕੀਤਾ। ਹੁਣ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ, ਕਿਸਾਨਾਂ ਨੇ, ਦੂਜੀਆਂ ਧਿਰਾਂ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਇਕਜੁੱਟਤਾ ਹੋਣ ਦੀ ਜ਼ਰੂਰਤ ਆ ਕਿ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਕਿਵੇਂ ਇਹਨਾਂ ਨੇ ਘੱਟ ਗਿਣਤੀਆਂ ਦੇ ਉੱਪਰ ਹਮਲੇ ਕੀਤੇ ਨੇ, ਉਹਦੇ 'ਚ ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਬੋਧੀ ਨੇ, ਚਾਹੇ ਈਸਾਈ ਨੇ, ਚਾਹੇ ਜਿਹੜੇ SC ਵਰਗ ਦੇ ਲੋਕ ਨੇ, ਜਿਨ੍ਹਾਂ ਪਰ ਇਹਨਾਂ ਦਾ ਜਿਵੇਂ ਇਹ ਆਪਣਾ ਏਜੰਡਾ ਲੈ ਕੇ ਕੰਮ ਕਰ ਰਹੇ ਨੇ। ਕਿਉਂਕਿ ਜਿਹੜੀਆਂ ਘੱਟ ਗਿਣਤੀਆਂ ਉਹ ਹੁਣ ਤੱਕ ਮੋਦੀ ਸਰਕਾਰ ਤੇ ਇਹੀ ਇਲਜ਼ਾਮਬਾਜ਼ੀ ਕਰਦੀਆਂ ਰਹੀਆਂ, ਇਤਰਾਜ਼ ਕਰਦੀਆਂ ਰਹੀਆਂ ਕਿ ਇਹਦੇ ਵਿੱਚ ਜਿਹੜੇ ਘੱਟ ਗਿਣਤੀ ਆ ਉਹਨਾਂ ਦੇ ਹਿੱਤ ਆ ਜਿਹੜੇ ਉਹ ਸੁਰੱਖਿਅਤ ਨਹੀਂ ਹੈਗੇ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ। ਕਿਵੇਂ ਤੁਸੀਂ ਦੇਖੋ ਦਿੱਲੀ ਦੇ ਵਿੱਚ ਜਿਹੜਾ ਤੁਗਲਕਾ ਬਾਗ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਦਾ ਗੁਰਦੁਆਰਾ ਸੀਗਾ, ਮੰਦਿਰ ਸੀਗਾ, ਉਹ ਕਿਵੇਂ ਤੋੜ-ਫੋੜ ਕਰ ਦਿੱਤਾ, ਜਦ ਕਿ ਉਹ ਸਦੀਆਂ ਪੁਰਾਣਾ। ਗੁਰੂ ਰਵਿਦਾਸ ਜੀ ਕਿਤੇ ਅੱਜ ਹੋਇਆ? ਕਦੋਂ ਦੇ ਹੋਇਆ? ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਦਾ 14ਵੀਂ ਸਦੀ ਦੇ ਜਿਹੜੇ ਸੰਤ ਹੋਏ ਆ, 14ਵੀਂ ਸਦੀ ਦੇ ਉਦੋਂ ਦਾ ਉੱਥੇ ਬਣਿਆ ਹੋਇਆ ਸੀਗਾ ਮੰਦਿਰ, ਉਹ ਢਾਹ ਠੀਕ ਹੈ। ਮਤਲਬ ਸਰਕਾਰ ਦਾ ਸਿੱਧਾ ਨਿਸ਼ਾਨਾ ਹੈ ਕਿ ਅਸੀਂ ਘੱਟ ਗਿਣਤੀਆਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਉਹਨਾਂ ਤੇ ਹਮਲੇ ਕਰਨੇ ਆ। ਸਿਰਫ ਤੇ ਸਿਰਫ ਇੱਕ ਜਿਹੜਾ ਇਹ ਦੋਸ਼ ਲਾ ਰਹੀਆਂ ਜਿਹੜੀਆਂ ਘੱਟ ਗਿਣਤੀਆਂ, ਉਹ ਇਹੀ ਦੋਸ਼ ਲਾ ਰਹੀਆਂ ਕਿ ਸਰਕਾਰ ਜਿਹੜੀ ਮੋਦੀ ਸਰਕਾਰ ਆ, ਇਹਦਾ ਇੱਕੋ ਇੱਕ ਏਜੰਡਾ ਹੈ ਕਿ ਘੱਟ ਗਿਣਤੀਆਂ ਨੂੰ ਖਤਮ ਕਰਕੇ ਹਿੰਦੁਸਤਾਨ ਬਣਾਉਣਾ। ਉਹ ਉਸ ਪਾਸੇ ਵੱਲ ਵਧ ਰਹੀਆਂ। ਇਸੇ ਕਰਕੇ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਨੂੰ ਮਤਲਬ ਖਤਮ ਕੀਤਾ ਉੱਥੇ ਦੀ, ਚਾਹੇ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਜਾਂ ਉਰਦੂ ਨੂੰ ਖਤਮ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਦੀ ਜਿਹੜੀ ਨੀਅਤ ਆ ਉਹ ਸਾਫ਼ ਨਹੀਂ ਹੈਗੀ। ਨਾ ਨੀਅਤ ਸਾਫ਼ ਆ, ਨਾ ਨੀਤੀਆਂ ਸਾਫ਼ ਆ। ਇਸ ਕਰਕੇ ਇਹ ਜਿਹੜਾ ਵਿਰੋਧ ਆ ਇਹ
ਭਖ ਚੁੱਕਿਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਬਣੇਗਾ। ਕਿਸਾਨਾਂ ਦਾ ਜਿਹੜਾ ਅੰਦੋਲਨ ਆ ਇਹ ਛੋਟਾ ਮੋਟਾ ਅੰਦੋਲਨ ਨਹੀਂ, ਕਿਉਂਕਿ ਇਸ ਅੰਦੋਲਨ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਹ ਜੁੜ ਗਈਆਂ ਨੇ। ਸਾਰੇ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਸਾਰੇ ਲੋਕ ਸ਼ੁਰੂ ਹੋ ਗਏ ਨੇ, ਜੁੜ ਗਏ ਨੇ। ਇਹ ਅੰਦੋਲਨ ਆ ਜਿਹੜਾ ਬਹੁਤ ਅੱਗੇ ਤੱਕ ਜਾਵੇਗਾ। ਤੁਹਾਡੇ ਯਾਦ ਹੋਵੇਗਾ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ, ਉਦੋਂ ਵੀ ਜਿਹੜਾ ਜੰਗ ਆ ਜਾਂ ਲੜਾਈ ਦਾ ਜਿਹੜੀ ਅਨਾਉਂਸ ਹੋਈ ਸੀਗੀ ਜਾਂ ਉਹਦੀ ਨੀਂਹ ਰੱਖੀ ਗਈ ਸੀ, ਉਹ 1857 ਵਿੱਚ ਰੱਖੀ ਗਈ ਸੀ, ਪਰ ਆਜ਼ਾਦੀ 1947 ਦੇ ਵਿੱਚ ਮਿਲ ਗਈ। ਠੀਕ ਆ ਵੀ 2024 ਬਹੁਤ ਦੂਰ ਆ, ਹਲੇ ਸਮਾਂ ਪਿਆ। ਅੱਜ 20 ਚੱਲਦਾ, 4 ਸਾਲ ਦੇ ਕਰੀਬ ਆ ਜਿਹੜਾ ਉਹ ਸਮਾਂ ਪਿਆ। ਲੱਗ ਰਿਹਾ 4 ਸਾਲ ਤਾਂ ਇਹ ਬਹੁਤ ਜਲਦੀ ਦੇ ਕੇ ਨਿਕਲ ਜਾਣੇ। 24 ਤੱਕ ਦੀ ਜਿਹੜੀ ਹੁਣ ਗਾਥਾ ਹੈ ਉਹ ਲਿਖਣੀ ਸ਼ੁਰੂ ਹੋ ਗਈ। ਮੋਦੀ ਸਰਕਾਰ ਵਾਸਤੇ ਜਿਹੜੇ ਆਉਣ ਵਾਲੇ ਦਿਨ ਆ ਉਹ ਚੰਗੇ ਨਹੀਂ ਹੋਣਗੇ, ਉਹਨੂੰ ਪਛਤਾਉਣਾ ਪਵੇਗਾ। ਕਿਉਂਕਿ ਜਦੋਂ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਤੇ ਉਲਟ ਲੋਕਾਂ ਦੇ ਹਿੱਤਾਂ ਦੇ ਖਿਲਾਫ ਫੈਸਲਾ ਲੈਂਦੇ ਨੇ ਤਾਂ ਲੋਕ ਵਿਰੋਧ ਕਰਦੇ ਨੇ, ਵਿਦਰੋਹ ਕਰਦੇ ਨੇ, ਤੇ ਲੋਕਾਂ ਦਾ ਵਿਦਰੋਹ ਆ ਜਿਹੜਾ ਮੋਦੀ ਦੇ ਸਰਕਾਰ ਦੇ ਖਿਲਾਫ ਉਹ ਸ਼ੁਰੂ ਹੋ ਗਿਆ। ਇਸ ਦਾ ਜਿਹੜਾ ਰਿਜ਼ਲਟ ਆ ਤੁਹਾਨੂੰ 2024 ਦੇ ਵਿੱਚ ਜ਼ਰੂਰ ਦਿਖੇਗਾ। ਸਰ, ਸੁਮੇਧ ਸੈਣੀ ਲੰਮੇ ਸਮੇਂ ਤੋਂ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਨੂੰ ਫੜਨ ਲਈ। ਪਹਿਲਾਂ ਮੋਹਾਲੀ ਕੋਰਟ ਨੇ ਗ੍ਰਿਫਤਾਰੀ ਦੇ ਆਰਡਰ ਦਿੱਤੇ, ਉਸ ਤੋਂ ਬਾਅਦ ਕੇਸ ਹਾਈ ਕੋਰਟ ਦੇ ਵਿੱਚ ਗਿਆ। ਹਾਈ ਕੋਰਟ ਨੇ ਵੀ ਬਰਕਰਾਰ ਰੱਖੀ ਕਿ ਗ੍ਰਿਫਤਾਰੀ ਹੋ ਕੇ ਰਹੇਗੀ। ਉਸ ਤੋਂ ਬਾਅਦ ਇੱਕ ਹੋਰ ਹੱਥਕੰਡਾ ਅਪਣਾਇਆ ਗਿਆ, ਸੁਪਰੀਮ ਕੋਰਟ ਤੱਕ ਜਾਇਆ ਗਿਆ। ਸੁਪਰੀਮ ਕੋਰਟ ਨੇ ਰਾਹਤ ਦਿੱਤੀ, ਪਰ ਕੁਝ ਸ਼ਰਤਾਂ ਰੱਖੀਆਂ ਕਿ ਜਾਂਚ ਦੇ ਵਿੱਚ ਸੁਮੇਧ ਸੈਣੀ ਸਹਿਯੋਗ ਕਰੇ ਤੇ ਨਾਲ ਹੀ ਸਮੇਂ-ਸਮੇਂ ਤੇ ਜਿਹੜਾ ਹੈ ਪੁਲਿਸ ਦੇ ਨਾਲ ਮਤਲਬ ਕੋਆਪਰੇਟ ਕਰੇ ਪੂਰਾ। ਤੇ ਇਹ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਸ ਤੋਂ ਬਾਅਦ ਸੁਮੇਧ ਸੈਣੀ ਦੇ ਘਰ ਦੇ ਬਾਹਰ ਪੋਸਟਰ ਲਾਇਆ ਗਿਆ ਹੈ ਕਿ ਕੱਲ 23 ਤਰੀਕ ਹੈ ਤੇ ਤੁਸੀਂ ਜਾਂਚ ਦੇ ਵਿੱਚ ਸਹਿਯੋਗ ਕਰੋ। ਤੇ ਹੁਣ ਸਰ ਹਰ ਹੀਲਾ ਜਿਹੜਾ ਹੈ ਸੁਮੇਧ ਸੈਣੀ ਦੇ ਆਪਣੇ ਉੱਪਰ ਆ ਕੇ ਪੈਂਦਾ ਦਿਖਾਈ ਦੇ ਰਿਹਾ ਹੈ। ਚਾਹੇ ਜਿਹੜੀ ਸੁਪਰੀਮ ਕੋਰਟ ਦੀ ਉਹ ਰਾਹਤ ਹੋਵੇ, ਬੇਸ਼ੱਕ ਰਾਹਤ ਦਿੱਤੀ ਗਈ ਹੈ, ਪਰ ਕੁਝ ਜਿਹੜੀਆਂ ਹਦਾਇਤਾਂ ਨੇ ਉਹ ਵੀ ਸੈਣੀ ਨੂੰ ਦਿੱਤੀਆਂ ਗਈਆਂ ਸਨ। ਤੇ ਹੁਣ ਜਿਹੜਾ ਇੱਕ ਪੋਸਟਰ ਲੱਗ ਗਿਆ ਹੈ ਕਿ ਜਿਹੜੀ ਜਾਂਚ ਹੈ ਉਹਦੇ ਵਿੱਚ ਸਹਿਯੋਗ ਕੀਤਾ ਜਾਵੇ, ਤੇ ਹੁਣ ਇਹ ਕਿੱਥੇ ਤੱਕ ਜਾਊਗੀ ਸਰ? ਇਹ ਕਮਲ ਜੀ ਦੇਖੋ, ਬਿਲਕੁਲ ਸੁਪਰੀਮ ਕੋਰਟ ਨੇ ਜਿਹੜੀ ਆਪਣੇ ਸੁਮੇਧ ਸੈਣੀ ਨੂੰ ਇੱਕ ਰਾਹਤ ਦਿੱਤੀ ਸੀਗੀ, ਉਹਦੇ ਵਿੱਚ ਜਿਹੜੀ ਪੁਲਿਸ ਆ ਉਹਨੂੰ ਇਹ ਕਿਹਾ ਸੀਗਾ ਕਿ ਅਰੈਸਟ ਸਟੇ ਕਰਤੀ ਸੀਗੀ ਕਿ ਜਾਣੀ ਕਿ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੂਗੀ। ਨਾਲ ਦੀ ਨਾਲ ਸੁਮੇਧ ਸੈਣੀ ਨੂੰ ਇੱਕ ਆਰਡਰ ਕੀਤੇ ਸੀਗੇ ਕਿ ਤੈਂ ਜੁਆਇਨ ਇਨਵੈਸਟੀਗੇਸ਼ਨ, ਮਤਲਬ ਜਿਹੜੀ ਜਾਂਚ ਚੱਲਦੀ ਆ ਉਹਦੇ 'ਚ ਤੁਸੀਂ ਸ਼ਾਮਲ ਹੋਣਾ ਤੇ ਪੁਲਿਸ ਆ ਜਿਹੜੀ ਉਹਨੂੰ ਗ੍ਰਿਫਤਾਰ ਨਹੀਂ ਕਰੇਗੀ। ਅਦਾਲਤ ਦਾ ਇਹ ਸੁਪਰੀਮ ਕੋਰਟ ਦਾ ਫੈਸਲਾ। ਹੁਣ ਤੁਸੀਂ ਦੇਖੋ ਹਫ਼ਤੇ ਤੇ ਉੱਪਰ ਸਮਾਂ ਹੋ ਚੁੱਕਿਆ ਸੀਗਾ, ਸੁਮੇਧ ਸਿੰਘ ਸੈਣੀ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ। ਹੁਣ ਜਦੋਂ ਸ਼ਾਮਲ ਨਹੀਂ ਹੋਏ ਤਾਂ ਜਿਹੜਾ ਪੁਲਿਸ ਆ ਉਹਨੇ ਆਪਣਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ, ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਨੇ ਜਿਹੜੇ ਸੁਮੇਧ ਸਿੰਘ ਸੈਣੀ ਹੋਰਾਂ ਦਾ 20 ਸੈਕਟਰ ਦੇ ਵਿੱਚ ਘਰ ਆ ਉਹਦੇ ਵਿੱਚ ਇੱਕ ਨੋਟਿਸ ਲਾਇਆ ਜਿਹਦੇ ਵਿੱਚ ਕੱਲ ਨੂੰ 11 ਵਜੇ ਇਨਵੈਸਟੀਗੇਸ਼ਨ ਵਾਸਤੇ ਸ਼ਾਮਲ ਹੋਣ ਵਾਸਤੇ ਉਹਨੂੰ ਇੱਕ ਨੋਟਿਸ ਆ ਜਿਹੜਾ ਉਹ ਦਿੱਤਾ ਗਿਆ। ਉਹਦੇ 'ਚ ਹਵਾਲਾ ਦਿੱਤਾ ਕਿ ਅਦਾਲਤ ਦੇ ਫੈਸਲੇ ਮੁਤਾਬਕ ਤੁਸੀਂ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਣਾ, ਇਸ ਕਰਕੇ ਤੁਸੀਂ ਆਓ ਤਾਂ ਕਿ ਜਾਂਚ ਨੂੰ ਸ਼ੁਰੂ ਕਰ ਦਿੱਤਾ ਜਾਵੇ। ਇਹ ਜਿਹੜਾ ਨੋਟਿਸ ਚਮਕਾਉਣਾ ਹੈ ਸੈਣੀ ਵਾਸਤੇ ਇੱਕ ਵੱਡੀ ਚੁਣੌਤੀ ਬਣ ਸਕਦਾ। ਉਹ ਕਿਵੇਂ ਬਣ ਸਕਦਾ ਹੈ ਕਿ ਸੁਮੇਧ ਸਿੰਘ ਸੈਣੀ ਅਦਾਲਤ ਦੇ ਫੈਸਲਿਆਂ ਦੇ ਬਾਵਜੂਦ ਆਏ ਨਹੀਂ, ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਹੁਣ ਜੇ ਉਹ ਕੱਲ੍ਹ ਨੂੰ ਨੋਟਿਸ ਦੇ ਬਾਅਦ ਵੀ ਸ਼ਾਮਲ ਨਹੀਂ ਹੁੰਦੇ ਤਾਂ ਜਿਹੜੀ ਪੰਜਾਬ ਦੀ ਪੁਲਿਸ ਆ ਜਾਂ ਇਨਵੈਸਟੀਗੇਸ਼ਨ ਟੀਮ ਆ ਉਹਨੂੰ ਸੁਪਰੀਮ ਕੋਰਟ ਵਿੱਚ ਜਾਣ ਵਾਸਤੇ ਇੱਕ ਹਥਿਆਰ ਮਿਲ ਜਾਏਗਾ, ਅਧਿਕਾਰ ਮਿਲ ਜਾਵੇਗਾ ਕਿ ਅਸੀਂ ਆ ਜਿਹੜਾ ਨੋਟਿਸ ਆ ਉਹਦੇ ਘਰ ਮੂਹਰੇ ਚਮਕਾਇਆ ਹੈ, ਤੁਹਾਡੇ ਹੁਕਮ ਦੇ ਬਾਵਜੂਦ ਉਹ ਇਨਵੈਸਟੀਗੇਸ਼ਨ ਸ਼ਾਮਲ ਨਹੀਂ ਹੋ ਰਿਹਾ ਤੇ ਇਹਦੀ ਜਿਹੜੀ ਐਂਟੀਸਪੇਟਰੀ ਬੇਲ ਆ ਜਾਂ ਅਰੈਸਟ ਸਟੇ ਕੀਤੀ ਹੈ ਉਹਨੂੰ ਰੱਦ ਕੀਤਾ ਜਾਵੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਅਦਾਲਤ ਦੇ ਵਾਸਤੇ ਇੱਕ ਫੈਸਲਾ ਲੈਣ ਵਾਸਤੇ ਇੱਕ ਬਹੁਤ ਸੌਖਾ ਹੋ ਸਕਦਾ ਹੈ ਤੇ ਅਦਾਲਤ ਨੂੰ ਆਪਣੇ ਫੈਸਲੇ ਪਰ ਪੁਨਰ ਵਿਚਾਰ ਵੀ ਕਰਨੀ ਪੈ ਸਕਦੀ ਹੈ। ਕਿਉਂਕਿ ਜੇ ਸੈਣੀ ਉੱਥੇ ਸ਼ਾਮਲ ਨਹੀਂ ਹੁੰਦਾ ਤਾਂ ਕੁਦਰਤੀ ਤੌਰ ਤੇ ਜਿਹੜਾ ਕਾਨੂੰਨ ਕਹਿੰਦਾ ਹੈ ਉਹ ਕਾਨੂੰਨ ਇਹੀ ਗੱਲ ਕਹਿੰਦਾ ਜਦੋਂ ਜਿਹੜਾ ਦੋਸ਼ੀ ਆ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਹਦੀ ਜਿਹੜੀ ਬੇਲ ਆ ਉਹ ਰੱਦ ਕੀਤੀ ਜਾ ਸਕਦੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਉਹ ਇਹ ਗੱਲ ਹੁਣ ਸੈਣੀ ਪਰ ਪੂਰੀ ਢੁਕਦੀ ਹੈ। ਸੈਣੀ ਦੇ ਹਰ ਹਾਲਤ ਵਿੱਚ ਉਹਨੂੰ ਆਉਣਾ ਪਵੇਗਾ। ਜੇ ਤਾਂ ਉਹ ਕੱਲ੍ਹ ਨੂੰ ਆਉਂਦਾ ਤਾਂ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋ ਜਾਏਗਾ। ਫਿਰ ਵੀ ਉਹਦੇ ਬਾਅਦ ਕਿਉਂਕਿ 3 ਹਫ਼ਤਿਆਂ ਦੇ ਵਿੱਚ ਜਿਹੜੀ ਸਰਕਾਰ ਆ ਸਟੇਟ ਆ ਉਹਨੇ ਰਿਪਲਾਈ ਆ ਜਿਹੜਾ ਸੁਪਰੀਮ ਕੋਰਟ ਨੂੰ ਦੇਣਾ, ਉਹਦੇ ਬਾਅਦ ਜੇ ਉਹ ਸ਼ਾਮਲ ਵੀ ਹੋ ਜਾਂਦਾ ਤਾਂ ਵੀ ਸਟੇਟ ਆ ਜਿਹੜੀ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਹੀ ਗੱਲ ਕਹੇਗੀ ਕਿ ਜਿਹੜਾ ਦੋਸ਼ੀ ਆ ਇਹ ਪੁਲਿਸ ਨੂੰ ਸਹਿਯੋਗ ਨਹੀਂ ਕਰ ਰਿਹਾ, ਇਨਵੈਸਟੀਗੇਸ਼ਨ ਟੀਮ ਦੇ ਨਾਲ ਸਾਥ ਨਹੀਂ ਦੇ ਰਿਹਾ, ਸਹਿਯੋਗ ਨਹੀਂ ਦੇ ਰਿਹਾ, ਜੋ ਜਵਾਬ ਚਾਹੁੰਦੇ ਆ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਇਹਦੀ ਜਿਹੜੀ ਇੰਟਰਮ ਬੇਲ ਜਿਹੜੀ ਦਿੱਤੀ ਹੋਈ ਆ ਉਹ ਰੱਦ ਕੀਤੀ ਜਾਵੇ, ਸਾਨੂੰ ਇਸ ਗੱਲ ਦੀ ਜ਼ਰੂਰੀ ਆ।
ਪਰ ਜਿਹੜਾ ਡਿਫੈਂਸ ਹੁੰਦਾ ਹੈ, ਉਹ ਗੱਲ ਕਹਿ ਹੋਇਆ ਵੀ ਜਿਹੜਾ ਸਾਡਾ ਮੁਜਰਮ ਆ ਜਾਂ ਸਾਡਾ ਮੁਵੱਕਲ ਕਹਿੰਦੇ ਆ ਵੀ ਉਹ ਪਟੀਸ਼ਨਰ ਆ ਜਿਹੜਾ ਪੂਰੀ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ। ਜਿਹੜੇ ਪੁਲਿਸ ਦੇ ਇਹ ਦੋਸ਼ ਲਾਏ ਜਾ ਰਹੇ ਆ ਉਹ ਬਿਲਕੁਲ ਗਲਤ ਆ। ਇਹ ਦੋਵਾਂ ਧਿਰਾਂ ਦੀ ਇਦਾਂ ਦੀ ਬਹਿਸ ਚੱਲਦੀ ਹੁੰਦੀ ਹੈ। ਪਰ ਜਦੋਂ ਹੁਣ ਉੱਥੇ ਇਨਵੈਸਟੀਗੇਸ਼ਨ ਸ਼ਾਮਲ ਹੀ ਨਹੀਂ ਹੋਇਆ, ਪੂਰਾ ਨੋਟਿਸ ਵੀ ਦੇਤਾ, ਇਹਦੇ ਬਾਵਜੂਦ ਫਿਰ ਉੱਥੇ ਡਿਫੈਂਸ ਕਿਆ ਕਰੇਗਾ? ਡਿਫੈਂਸ ਨੂੰ ਮੈਨੂੰ ਨਹੀਂ ਲੱਗਦਾ ਫਿਰ ਕੋਈ ਜਵਾਬ ਉੱਥੇ ਆਵੇਗਾ। ਇਸ ਕਰਕੇ ਸਮੇਤ ਸਿੰਘ ਸੈਣੀ ਦੀਆਂ ਜਿਹੜੀਆਂ ਚਿੰਤਾ ਹੈ ਉਹ ਵੱਧ ਗਈ ਆ। ਇਸ ਸਮੇਤ ਸੈਣੀ ਨੂੰ ਉੱਥੇ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ। ਜੇਕਰ ਨਹੀਂ ਹੁੰਦਾ ਤਾਂ ਉਹਦੀਆਂ ਜਿਹੜੀਆਂ ਫਿਰ ਭਵਿੱਖ ਦੇ ਵਿੱਚ ਬੇਲ ਆ ਜਿਹੜੀ ਉਹ ਕੈਂਸਲ ਹੋ ਸਕਦੀ ਆ ਤੇ ਉਹਦੇ ਇਹ ਮੰਨ ਲਿਆ ਜਾਵੇ ਕਿ ਗ੍ਰਿਫਤਾਰੀ ਦਾ ਜਿਹੜਾ ਰਾਹ ਹੈ ਪੱਧਰਾ ਹੁੰਦਾ ਜਾ ਰਿਹਾ ਹੈ। ਬਿਲਕੁਲ, ਜੇਕਰ ਉਹ ਸ਼ਾਮਲ ਨਹੀਂ ਹੁੰਦੇ ਫਿਰ ਉਹਦੀ ਗ੍ਰਿਫਤਾਰੀ ਵਾਲੇ ਪਾਸੇ ਨੂੰ, ਬੇਲ ਕੈਂਸਲ ਕਰਾਉਣ ਵਾਲੇ ਪਾਸੇ ਨੂੰ ਜਿਹੜੀ ਸਟੇਟ ਆ ਉਹਨੂੰ ਥੋੜਾ ਜਿਹਾ ਸੌਖਾ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਸਮੇਤ ਸੈਣੀ ਆ ਜਿਹੜਾ ਕੋਈ ਇਹੋ ਜਿਹੀ ਕੁਤਾਹੀ ਕਰੇਗਾ। ਜੇਕਰ ਉਹ ਦੇਸ਼ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਹੋਇਆ, ਚੰਡੀਗੜ੍ਹ 'ਚ ਹੋਇਆ ਜਾਂ ਕਿਤੇ ਵੀ ਦੇਸ਼ ਦੇ ਭਾਗ 'ਚ ਬੈਠਾ ਹੋਇਆ, ਉਹ ਜ਼ਰੂਰ ਆਵੇਗਾ। ਜੇਕਰ ਨਹੀਂ ਆਵੇਗਾ ਤਾਂ ਉਹਨੂੰ ਇਸ ਗੱਲ ਦਾ ਜ਼ਰੂਰ ਪਤਾ ਹੈ ਕਿ ਉਹਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ। ਬਹੁਤ ਬਹੁਤ ਸ਼ੁਕਰੀਆ ਸਰ, ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਇਸੀ ਪ੍ਰੋਗਰਾਮ ਅੱਜ ਦੀ ਗੱਲ, ਜਿਹਦੇ ਵਿੱਚ ਅਸੀਂ ਗੱਲ ਕੀਤੀ ਕਿ ਜਿਹੜਾ ਕਿਸਾਨਾਂ ਦਾ ਵਿਰੋਧ ਹੈ ਉਹ ਇੱਕ ਅੰਦੋਲਨ ਬਣਨ ਜਾ ਰਿਹਾ ਹੈ ਤੇ ਕਿਵੇਂ ਦਿੱਲੀ ਦਰਬਾਰ ਦੀਆਂ ਜਿਹੜੀਆਂ ਚੂੜਾਂ ਨੇ ਉਹ ਹਿੱਲ ਸਕਦੀਆਂ ਨੇ। ਨਾਲ ਹੀ ਗੱਲ ਕੀਤੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਬਾਰੇ ਕਿ ਕਿਵੇਂ ਸੁਮੇਧ ਸੈਣੀ ਦੀਆਂ ਆਪਣੀਆਂ ਹੀ ਗਤੀਵਿਧੀਆਂ ਸੈਣੀ ਤੇ ਹੀ ਭਾਰੂ ਪੈ ਰਹੀਆਂ ਨੇ ਤੇ ਗ੍ਰਿਫਤਾਰੀ ਲਈ ਜਿਹੜਾ ਰਾਹ ਹੈ ਉਹ ਪੱਧਰਾ ਹੁੰਦਾ ਜਾ ਰਿਹਾ ਹੈ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।